ਤੀਜੀ ਸਦੀ ਈਸਾ ਪੂਰਵ ਇੱਕ ਬਦਨਾਮ ਹਿੰਸਕ ਸਮਾਂ ਸੀ ਜੋ ਪੌਰਾਣਿਕ ਜੰਗਾਂ ਅਤੇ ਅਦਭੁਤ ਸ਼ਖਸੀਅਤਾਂ ਨਾਲ ਭਰਿਆ ਹੋਇਆ ਸੀ। ਅਲੈਗਜ਼ੈਂਡਰ ਦੀਆਂ ਜਿੱਤਾਂ ਨੇ ਉਸਦੇ ਸੇਲੂਸਿਡ, ਟੋਲੇਮਿਕ ਅਤੇ ਐਂਟੀਗੋਨਿਡ ਉੱਤਰਾਧਿਕਾਰੀਆਂ ਵਿਚਕਾਰ ਨਿਰੰਤਰ ਯੁੱਧ ਦੇ ਦੌਰ ਨੂੰ ਜਨਮ ਦਿੱਤਾ, ਜਦੋਂ ਕਿ ਉੱਭਰ ਰਹੇ ਰੋਮਨ ਰਾਜਸੀ ਤੂਫਾਨ ਨੇ ਇਤਾਲਵੀ ਪ੍ਰਾਇਦੀਪ ਨੂੰ ਇਕਜੁੱਟ ਕਰਨ ਲਈ ਜਿੱਤਾਂ ਦੀ ਇੱਕ ਲੜੀ ਸ਼ੁਰੂ ਕੀਤੀ ਅਤੇ ਭਵਿੱਖ ਦੇ ਆਪਣੇ ਦਬਦਬੇ ਲਈ ਰਾਹ ਸਾਫ਼ ਕੀਤਾ। ਇਸ ਸਮੇਂ ਦੌਰਾਨ ਭਾਰਤ ਵੀ ਕ੍ਰਾਂਤੀਕਾਰੀ ਤਬਦੀਲੀ ਦਾ ਅਨੁਭਵ ਕਰ ਰਿਹਾ ਸੀ, ਜੋ ਮੌਰੀਆ ਸਾਮਰਾਜ ਦੇ ਉਭਾਰ ਅਤੇ ਅਸ਼ੋਕ ਮਹਾਨ ਦੇ ਰਾਜ ਨਾਲ ਸਮਾਪਤ ਹੋਇਆ। 326 ਈਸਾ ਪੂਰਵ ਵਿੱਚ ਸਿਕੰਦਰ ਮਹਾਨ ਨੇ ਹਿੰਦੂ ਕੁਸ਼ ਦੇ ਪਹਾੜਾਂ ਨੂੰ ਪਾਰ ਕੀਤਾ ਅਤੇ ਪਹਿਲੀ ਵਾਰ ਭਾਰਤ ਵਿੱਚ ਪ੍ਰਵੇਸ਼ ਕੀਤਾ। ਉਸਨੇ ਆਪਣੀ ਵਿਸ਼ਾਲ ਅਤੇ ਅਨੁਭਵੀ ਫੌਜ ਨੂੰ ਸਿੰਧ ਦਰਿਆ ਤੇ ਰੋਕਿਆ ਅਤੇ ਇਸ ਖੇਤਰ ਦੇ ਦੋ ਵਿਰੋਧੀ ਰਾਜਿਆਂ, ਰਾਜਾ ਅੰਬੀ ਅਤੇ ਰਾਜਾ ਪੋਰਸ, ਦੇ ਉਸਦੇ ਅੱਗੇ ਆਤਮ ਸਮਰਪਣ ਕਰਨ ਦੀ ਮੰਗ ਕੀਤੀ। ਤਕਸ਼ਿਲਾ ਦੇ ਰਾਜਾ ਅੰਬੀ ਨੇ ਸਿਕੰਦਰ ਅੱਗੇ ਆਤਮ ਸਮਰਪਣ ਕਰ ਦਿੱਤਾ, ਪਰ ਪੂਰਵਾ ਦੇ ਪੋਰਸ ਨੇ ਵਿਰੋਧ ਕੀਤਾ ਅਤੇ ਸਿਕੰਦਰ ਨੂੰ ਜੇਹਲਮ ਦਰਿਆ ਤੇ ਇੱਕ ਛੋਟੀ ਲੜਾਈ ਲਈ ਮਜਬੂਰ ਕੀਤਾ। ਪੋਰਸ ਦੀਆਂ ਫੌਜਾਂ ਦੇ ਬਹਾਦਰੀ ਨਾਲ ਲੜਨ ਦੇ ਬਾਵਜੂਦ ਸਿਕੰਦਰ ਨੇ ਜਿੱਤ ਪ੍ਰਾਪਤ ਕੀਤੀ। ਸਾਰੇ ਭਾਰਤ ਨੂੰ ਜਿੱਤਣ ਦੀ ਇੱਛਾ ਰੱਖਦੇ ਹੋਏ ਅਲੈਗਜ਼ੈਂਡਰ ਅੱਗੇ ਵਧਿਆ, ਪਰ ਉਸਦੀ ਫੌਜ ਨੇ ਜੇਹਲਮ ਨਦੀ ਤੇ ਬਗਾਵਤ ਕਰ ਦਿੱਤੀ ਅਤੇ ਉਸਨੂੰ ਬੇਬੀਲੋਨ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਉਹਨਾਂ ਦਾ ਅੱਗੇ ਵਧਣ ਤੋਂ ਇਨਕਾਰ ਕੁਝ ਹੱਦ ਤੱਕ ਪੂਰਬ ਵੱਲ ਅਣਗਿਣਤ ਫੌਜਾਂ ਰੱਖਣ ਵਾਲੇ ਵਿਸ਼ਾਲ ਭਾਰਤੀ ਰਾਜ ਦੀਆਂ ਅਫਵਾਹਾਂ ਕਾਰਨ ਸੀ। ਇਹ ਨੰਦ ਸਾਮਰਾਜ ਸੀ ਜੋ ਮਗਧ ਖੇਤਰ ਤੇ ਕੇਂਦਰਿਤ ਸੀ, ਜਿਸ ਕੋਲ 2,50,000 ਪੈਦਲ ਸਿਪਾਹੀ, ਘੋੜਸਵਾਰ, ਰੱਥ ਅਤੇ ਜੰਗੀ ਹਾਥੀਆਂ ਦੀ ਇੱਕ ਵਿਸ਼ਾਲ ਸੈਨਾ ਸੀ। ਹਾਲਾਂਕਿ ਸਿਕੰਦਰ ਪਿੱਛੇ ਹਟ ਗਿਆ ਸੀ, ਪਰ ਸਿਕੰਦਰ ਦੀਆਂ ਜਿੱਤਾਂ ਨੇ ਉੱਤਰੀ ਭਾਰਤ ਨੂੰ ਅਸਥਿਰ ਕਰ ਦਿੱਤਾ ਸੀ, ਇੱਕ ਤੱਥ ਜੋ ਆਉਣ ਵਾਲੇ ਸਮੇਂ ਮੌਰੀਆ ਵੰਸ਼ ਦੇ ਉਭਾਰ ਵਿੱਚ ਮੁੱਖ ਭੂਮਿਕਾ ਨਿਭਾਏਗਾ। 320 ਈਸਵੀ ਪੂਰਵ ਵਿੱਚ ਚੰਦਰਗੁਪਤ ਮੌਰਿਆ ਨਾਮ ਦਾ ਇੱਕ ਆਦਮੀ ਭਾਰਤ ਦੀ ਇਤਿਹਾਸਕ ਸਟੇਜ ਤੇ ਉਭਰਿਆ। ਇਸ ਭਾਰਤੀ ਵਿਜੇਤਾ ਦੀ ਸ਼ੁਰੂਆਤ ਸਪਸ਼ਟ ਨਹੀਂ ਹੈ, ਪਰ ਘੱਟ ਅਨੁਕੂਲ ਬ੍ਰਾਹਮਣ ਸਰੋਤ ਦੱਸਦੇ ਹਨ ਕਿ ਉਹ ਇੱਕ ਸ਼ੂਦਰ ਭਾਵ ਕਿ ਇੱਕ ਕਿਸਾਨ ਜਾਂ ਕੰਮਗਾਰ ਵਰਗ ਤੋਂ ਸੀ, ਜਦੋਂ ਕਿ ਵਧੇਰੇ ਅਨੁਕੂਲ ਬੋਧੀ ਗ੍ਰੰਥ ਉਸਨੂੰ ਵਕਾਰੀ, ਖੱਤਰੀ ਜਾਂ ਯੋਧਾ ਜਾਤੀ ਦੇ ਮੈਂਬਰ ਵਜੋਂ ਨਾਮਜ਼ਦ ਕਰਦੇ ਹਨ। ਉਹ ਸੰਭਾਵਤ ਤੌਰ ਤੇ ਸਿਕੰਦਰ ਦੀਆਂ ਸ਼ਾਨਦਾਰ ਜਿੱਤਾਂ ਬਾਰੇ ਜਾਣਦਾ ਸੀ, ਜਿਸਨੇ ਉਸਨੂੰ ਪ੍ਰਾਚੀਨ ਯੁੱਧ, ਰਣਨੀਤੀਆਂ ਅਤੇ ਰਾਜਨੀਤੀ ਵਿੱਚ ਕਾਫੀ ਕੁਝ ਸਿਖਾਇਆ ਸੀ, ਜਿਸ ਦੀ ਵਰਤੋਂ ਉਹ ਆਪਣੇ ਸਾਮਰਾਜ ਨੂੰ ਜਿੱਤਣ ਲਈ ਕਰੇਗਾ। ਉਸਨੇ ਸ਼ੁਰੂ ਵਿੱਚ ਨੰਦ ਸਾਮਰਾਜ ਦੀ ਰਾਜਧਾਨੀ ਉੱਤੇ ਹਮਲਾ ਕੀਤਾ, ਪਰ ਕੁਝ ਵਾਰ ਅਸਫਲ ਰਿਹਾ। ਫਿਰ ਉਸਨੇ ਆਪਣੀ ਰਣਨੀਤੀ ਬਦਲੀ ਅਤੇ ਭਾਰਤ ਦੇ ਉੱਤਰ-ਪੱਛਮੀ ਖੇਤਰਾਂ ਨੂੰ ਜਿੱਤ ਲਿਆ ਜੋ ਸਿਕੰਦਰ ਦੁਆਰਾ ਕਮਜ਼ੋਰ ਕੀਤੇ ਜਾ ਚੁੱਕੇ ਸਨ। ਇਹਨਾਂ ਖੁਸ਼ਹਾਲ ਖੇਤਰਾਂ ਨੂੰ ਆਪਣੇ ਅਧੀਨ ਕਰਕੇ ਉਸਨੇ ਇਸ ਨੂੰ ਨੰਦ ਸਾਮਰਾਜ ਦੀ ਰਾਜਧਾਨੀ ਮਗਧ ਨੂੰ ਰਸਦ ਦੀ ਪਹੁੰਚ ਕੱਟਣ ਲਈ ਵਰਤਿਆ, ਜਿਸ ਦੇ ਨਤੀਜੇ ਵਜੋਂ ਨੰਦ ਰਾਜਵੰਸ਼ ਟਹਿ ਗਿਆ। ਆਪਣੇ ਰਾਜ ਦੀ ਸਥਾਪਨਾ ਕਰਨ ਤੋਂ ਬਾਅਦ ਉਸਨੇ ਸੈਲਿਊਕਸ ਨਾਲ ਜੰਗ ਲੜੀ ਅਤੇ ਉਸਨੇ ਚੰਦਰਗੁਪਤ ਨੂੰ ਸ਼ਾਂਤੀ ਦੇ ਬਦਲੇ 500 ਜੰਗੀ ਹਾਥੀ ਅਤੇ ਵਿਆਹ ਵਿੱਚ ਆਪਣੀ ਧੀ ਦਾ ਹੱਥ ਦਿੱਤਾ। ਚੰਦਰਗੁਪਤ ਦੇ ਉੱਤਰਾਧਿਕਾਰੀ ਬਿੰਦੂਸਾਰ ਨੇ ਆਪਣੇ ਪਿਤਾ ਦੀਆਂ ਬੁੱਧੀਮਾਨ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਨੂੰ ਜਾਰੀ ਰੱਖਿਆ, ਜਿਵੇਂ ਕਿ ਸੈਲਿਊਕਸ ਨਾਲ ਉਸਦੀ ਦੋਸਤੀ ਅਤੇ ਉਸਦੀ ਧਾਰਮਿਕ ਸਹਿਣਸ਼ੀਲਤਾ। ਇਸ ਤੋਂ ਇਲਾਵਾ ਉਸਨੇ ਦੱਖਣ ਦੇ ਪਠਾਰ ਵੱਲ ਸਾਮਰਾਜ ਦਾ ਵਿਸਥਾਰ ਕੀਤਾ। ਇਸ ਵੀਡੀਓ ਦਾ ਵਿਸ਼ਾ ਅਸ਼ੋਕ, ਰਾਜਾ ਬਿੰਦੂਸਾਰ ਦੇ 3 ਪੁੱਤਰਾਂ ਵਿੱਚੋਂ ਦੂਸਰਾ ਸੀ, ਜਿਸ ਦਾ ਵੱਡਾ ਭਰਾ ਸੁਸ਼ੁਮਾ ਸੀ ਅਤੇ ਸਭ ਤੋਂ ਛੋਟਾ ਭਰਾ ਤਿਸਿਆ ਸੀ। ਇਸ ਸਮੇਂ ਤਾਂ ਇੰਜ ਜਾਪਦਾ ਸੀ ਕਿ ਅਸ਼ੋਕ ਦੀ ਭਵਿੱਖ ਦੇ ਮੌਰੀਆ ਸਮਰਾਟ ਵਜੋਂ ਸਿੰਘਾਸਨ ਸੰਭਾਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇੱਕ ਹੋਰ ਕਾਰਨ ਉਸਦੀ ਮਾਂ ਸੁਪਦਰੰਗੀ ਇੱਕ ਆਮ ਮੂਲ ਦੀ ਔਰਤ ਸੀ, ਜਦੋਂ ਕਿ ਸੁਸ਼ੁਮਾ ਦੀ ਮਾਂ ਇੱਕ ਰਾਜਕੁਮਾਰੀ ਸੀ। ਉਸ ਸਮੇਂ ਭਾਰਤੀ ਰਾਜਕੁਮਾਰਾਂ ਨੂੰ ਅਕਸਰ ਦੂਰ ਸ਼ਾਸਨ ਕਰਨ ਲਈ ਭੇਜਿਆ ਜਾਂਦਾ ਸੀ। ਨੌਜਵਾਨ ਅਸ਼ੋਕ ਨੂੰ ਇੱਕ ਉੱਭਰ ਰਹੀ ਬਗਾਵਤ ਨੂੰ ਰੋਕਣ ਲਈ ਤਕਸ਼ਿਲਾ ਦੇ ਬ੍ਰਹਿਮੰਡੀ ਸਿਲਕ ਰੋਡ ਵੱਲ ਭੇਜਿਆ ਗਿਆ ਅਤੇ ਇਹ ਕੰਮ ਉਸਨੇ ਜਲਦੀ ਪੂਰਾ ਕਰ ਲਿਆ। ਇੱਕ ਵਿਦਵਤਾਪੂਰਨ ਅਤੇ ਬ੍ਰਹਿਮੰਡੀ ਬੰਦੋਬਸਤ ਦੇ ਰੂਪ ਵਿੱਚ ਤਕਸ਼ਿਲਾ ਦੀ ਧਰਤੀ, ਜਿੱਥੇ ਅਕਸਰ ਵੱਖ-ਵੱਖ ਧਰਮਾਂ ਦੀਆਂ ਬੌਧਿਕ ਬਹਿਸਾਂ ਹੁੰਦੀਆਂ ਰਹਿੰਦੀਆਂ ਨੇ, ਸ਼ਾਇਦ ਅਸ਼ੋਕ ਦੇ ਸੰਸਾਰਕ ਗਿਆਨ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਉਸਨੂੰ ਸਭਨਾਂ ਲਈ ਹੋਰ ਸਹਿਣਸ਼ੀਲ ਅਤੇ ਸੂਝਵਾਨ ਬਣਾ ਦਿੱਤਾ ਸੀ। ਉਸ ਦੀ ਅਗਲੀ ਨਿਯੁਕਤੀ ਅਵੰਤੀ ਸੂਬੇ ਦੀ ਰਾਜਧਾਨੀ ਉਜੈਨੀ ਦੇ ਮਹੱਤਵਪੂਰਨ ਸ਼ਹਿਰ ਵਿੱਚ ਹੋਈ। ਅਸ਼ੋਕ ਦੁਆਰਾ ਤਕਸ਼ਿਲਾ ਦੀ ਉੱਚ ਗੁਣਵੱਤਾ ਵਾਲੀ ਵਿਵਸਥਾ ਦੇ ਕਾਰਨ ਹੀ ਉਸਨੂੰ ਇਹ ਮਹੱਤਵਪੂਰਨ ਇਲਾਕਾ ਸੌਂਪਿਆ ਗਿਆ ਸੀ, ਜੋ ਕਿ ਰਾਜਧਾਨੀ ਸ਼ਹਿਰ ਅਤੇ ਸਮੁੰਦਰੀ ਤੱਟ ਨੂੰ ਜੋੜਦਾ ਸੀ। ਇਸ ਨਵੇਂ ਸ਼ਹਿਰ ਵਿੱਚ ਹੀ ਅਸ਼ੋਕ ਨੂੰ ਇੱਕ ਵਪਾਰੀ ਦੀ ਧੀ ਦੇਵੀ ਨਾਲ ਪਿਆਰ ਹੋ ਗਿਆ। ਦਿਲਚਸਪ ਗੱਲ ਇਹ ਹੈ ਕਿ ਉਹ ਸ਼ਕ ਕਬੀਲੇ ਦੀ ਸੀ, ਜੋ ਕਿ ਸਿਧਾਰਥ ਗੌਤਮ ਯਾਨੀ ਮਹਾਤਮਾ ਬੁੱਧ ਦਾ ਕਬੀਲਾ ਸੀ। ਇਹ ਵਿਆਪਕ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਹ ਅਸ਼ੋਕ ਦੇ 2 ਬੱਚਿਆਂ, ਪੁੱਤਰ ਮਹਿੰਦਰ ਅਤੇ ਧੀ ਸੰਘਮਿਤਰਾ ਨੂੰ ਜਨਮ ਦੇਣ ਵੇਲੇ ਇੱਕ ਬੋਧੀ ਸੀ।
ਇਸ ਸ਼ਾਂਤੀਪੂਰਨ ਜੀਵਨ ਦਾ ਅੰਤ ਉਦੋਂ ਹੋਇਆ ਜਦੋਂ 274 ਈਸਾ ਪੂਰਵ ਵਿੱਚ ਸਮਰਾਟ ਬਿੰਦੁਸਾਰ ਦੀ ਅਚਾਨਕ ਮੌਤ ਹੋ ਗਈ। ਇਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਬਹਿਸ ਦਾ ਵਿਸ਼ਾ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਅਸ਼ੋਕ ਅਤੇ ਉਸਦੇ ਭਰਾਵਾਂ ਵਿਚਕਾਰ ਇੱਕ ਸੰਖੇਪ 4 ਸਾਲਾਂ ਦਾ ਘਰੇਲੂ ਯੁੱਧ ਹੋਇਆ। ਅਸ਼ੋਕ ਨੇ ਫੈਸਲਾਕੁੰਨ ਅਤੇ ਤੇਜ਼ੀ ਨਾਲ ਰਾਜਧਾਨੀ ਸ਼ਹਿਰ ਤੇ ਕਬਜ਼ਾ ਕਰਕੇ ਆਪਣੇ ਭਰਾਵਾਂ ਤੇ ਜਿੱਤ ਪ੍ਰਾਪਤ ਕੀਤੀ ਅਤੇ 270 ਈਸਾ ਪੂਰਵ ਵਿੱਚ ਸਮਰਾਟ ਵਜੋਂ ਸਿੰਘਾਸਨ ਸੰਭਾਲ ਲਿਆ। ਇਹ ਉਹੀ ਸਾਲ ਸੀ ਜਦੋਂ ਕਾਰਥੇਜ ਵਿੱਚ ਹੈਨੀਬਲ ਬਾਰਕਾ ਦਾ ਜਨਮ ਹੋਇਆ ਸੀ। ਗੱਦੀ ਤੇ ਬੈਠਣ ਤੋਂ ਬਾਅਦ ਅਸ਼ੋਕ ਨੇ ਵਿਸਥਾਰ ਅਤੇ ਜਿੱਤ ਦੀ ਨੀਤੀ ਜਾਰੀ ਰੱਖੀ। ਯੁੱਧ ਦੀ ਇਸ ਨਿਰੰਤਰ ਨੀਤੀ ਦਾ ਇੱਕ ਕਾਰਨ ਇਹ ਸੀ ਕਿ ਇਸ ਸਮੇਂ ਵਿੱਚ ਸਾਰੇ ਭਾਰਤੀ ਸ਼ਾਸਕ ਆਪਣੇ ਸ਼ਾਹੀ ਵਿਰੋਧੀਆਂ ਦੁਆਰਾ ਚੱਕਰਵਰਤੀ ਰਾਜਾ ਮੰਨੇ ਜਾਣ ਦੀ ਇੱਛਾ ਰੱਖਦੇ ਸਨ। ਵਿਹਾਰਕ ਅਤੇ ਆਰਥਿਕ ਕਾਰਨ ਵੀ ਮਹੱਤਵਪੂਰਨ ਸਨ, ਕਿਉਂਕਿ ਟੈਕਸ ਮੌਰੀਆ ਸਾਮਰਾਜ ਦੀ ਆਮਦਨ ਦਾ ਮੁੱਖ ਸਰੋਤ ਸਨ। ਇੱਕ ਰਾਜੇ ਦੇ ਅਧੀਨ ਜਿੰਨੀ ਜ਼ਿਆਦਾ ਜ਼ਮੀਨ ਹੁੰਦੀ, ਉਹ ਓਨੇ ਹੀ ਜ਼ਿਆਦਾ ਟੈਕਸ ਪ੍ਰਾਪਤ ਕਰ ਸਕਦਾ ਸੀ, ਜੋ ਕਿ ਵੱਧ ਰਹੇ ਪ੍ਰਸ਼ਾਸਕੀ ਅਤੇ ਫੌਜੀ ਖਰਚੇ ਨੂੰ ਚੁੱਕਣ ਵਿੱਚ ਮਦਦਗਾਰ ਹੁੰਦੇ, ਜਿਸ ਨਾਲ ਹਿੰਸਾ ਦਾ ਇੱਕ ਬੇਅੰਤ ਚੱਕਰ ਚੱਲਦਾ ਰਹਿੰਦਾ। ਇਸ ਇਰਾਦੇ ਨਾਲ ਸਾਲ 262 ਈਸਾ ਪੂਰਵ ਵਿੱਚ ਵਿਸ਼ਾਲ ਮੌਰੀਆ ਫੌਜ ਨੇ ਕਲਿੰਗ ਦੇ ਰਾਜ ਵੱਲ ਕੂਚ ਕੀਤਾ। ਉਨ੍ਹਾਂ ਦੀਆਂ ਸਾਬਕਾ ਸਫਲਤਾਵਾਂ ਨੇ ਇਸ ਨੂੰ ਸੁਭਾਵਕ ਜਿੱਤ ਵਜੋਂ ਦੇਖਿਆ ਹੋਵੇਗਾ, ਪਰ ਅੱਗੇ ਉਸ ਦੀ ਸੈਨਾ ਨੇ ਇੱਕ ਹਿੰਮਤ ਵਾਲੇ ਦਲੇਰ ਦੁਸ਼ਮਣ ਦੇ ਵਿਰੁੱਧ ਇੱਕ ਖੂੰਖਾਰ ਯੁੱਧ ਦਾ ਸਾਹਮਣਾ ਕੀਤਾ। ਇਹ ਕਿਹਾ ਜਾਂਦਾ ਹੈ ਕਿ ਆਖਰਕਾਰ ਅਸ਼ੋਕ ਨੇ ਯੁੱਧ ਜਿੱਤਿਆ ਕਾਰਨ ਕਲਿੰਗਾ ਦਾ ਆਤਮ ਸਮਰਪਣ ਨਹੀਂ ਸੀ, ਸਗੋਂ ਇੱਕ ਕਤਲੇਆਮ ਭਰੀ ਭਿਆਨਕ ਜੰਗ ਸੀ। ਆਖਰਕਾਰ ਜੇਤੂ ਬਾਦਸ਼ਾਹ ਜੰਗ ਦੇ ਮੈਦਾਨ ਵਿੱਚ ਆਪਣੇ ਮਰੇ ਹੋਏ ਅਤੇ ਮਰ ਰਹੇ ਦੁਸ਼ਮਣਾਂ ਵਿਚਕਾਰ ਖੜਾ ਸੀ। ਬਹੁਤੇ ਬਾਦਸ਼ਾਹਾਂ ਨੇ ਅਜਿਹੀ ਜਿੱਤ ਵਿੱਚ ਖੁਸ਼ੀ ਮਨਾਈ ਹੁੰਦੀ, ਪਰ ਅਸ਼ੋਕ ਨੇ ਇਸ ਪਲ ਵਿੱਚ ਪਛਤਾਵਾ ਮਹਿਸੂਸ ਕੀਤਾ ਅਤੇ ਇਹ ਉਸ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪਲ ਬਣ ਗਿਆ। ਮੰਨਿਆ ਜਾਂਦਾ ਹੈ ਕਿ ਇਸ ਜੰਗ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ, ਲਗਭਗ 1,50,000 ਬੰਦੀ ਬਣਾਏ ਗਏ ਅਤੇ ਇਸ ਤੋਂ ਕਈ ਗੁਣਾ ਅਕਾਲ ਅਤੇ ਬਿਮਾਰੀ ਨਾਲ ਮਰ ਗਏ ਸਨ। ਉਸ ਦੀ ਫੌਜ ਦੁਆਰਾ ਕੀਤੀ ਤਬਾਹੀ ਦੇ ਸਿੱਧੇ ਨਤੀਜਿਆਂ ਤੋਂ ਇਲਾਵਾ ਅਸ਼ੋਕ ਨੂੰ ਉਸ ਦੁਖਾਂਤ ਬਾਰੇ ਵੀ ਗੰਭੀਰਤਾ ਨਾਲ ਪਤਾ ਸੀ ਜਿਸ ਨੇ ਪਿੱਛੇ ਰਹਿ ਗਏ ਲੋਕਾਂ ਨੂੰ ਮਾਰਿਆ ਸੀ। ਪੁੱਤਰਾਂ ਨੇ ਪਿਓ ਖੋ ਦਿੱਤੇ ਅਤੇ ਗਰੀਬ ਮਾਵਾਂ ਨੇ ਪੁੱਤਰ ਅਤੇ ਹਜ਼ਾਰਾਂ ਪਰਿਵਾਰ ਲੁੱਟੇ ਗਏ ਸਨ, ਜਿਸ ਨੇ ਪੜ੍ਹੇ ਲਿਖੇ ਅਤੇ ਸੰਵੇਦਨਸ਼ੀਲ ਅਸ਼ੋਕ ਨੂੰ ਯੁੱਧ ਦੀ ਅਸਲ ਕੀਮਤ ਬਾਰੇ ਸੱਚਮੁੱਚ ਜਾਣੂ ਕਰਵਾਇਆ ਜਾਪਦਾ ਸੀ। ਇਸੇ ਲਈ ਉਸਨੇ ਜਨਤਕ ਤੌਰ ਤੇ ਇਹ ਸਵੀਕਾਰ ਕੀਤਾ ਜੋ ਪਹਿਲਾਂ ਕਦੇ ਵੀ ਕਿਸੇ ਵੀ ਜੇਤੂ ਸ਼ਾਸਕ ਨੇ ਨਹੀਂ ਕੀਤਾ ਸੀ। ਉਸਨੇ ਕਲਿੰਗ ਨੂੰ ਜਿੱਤਣ ਤੇ ਪਛਤਾਵਾ ਮਹਿਸੂਸ ਕੀਤਾ। ਇਹ ਉਹੀ ਆਦਮੀ ਨਹੀਂ ਸੀ ਜਿਸਨੇ ਆਪਣੇ ਭਰਾਵਾਂ ਤੋਂ ਤਲਵਾਰ ਦੇ ਜ਼ੋਰ ਤੇ ਸਿੰਘਾਸਨ ਲਿਆ ਸੀ ਅਤੇ ਗੱਦੀ ਤੇ ਕਬਜ਼ਾ ਕੀਤਾ ਸੀ। ਇਸ ਦੀ ਬਜਾਏ ਇਹ ਇੱਕ ਬਦਲਿਆ ਹੋਇਆ ਆਦਮੀ ਸੀ ਜੋ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਰਿਹਾ ਸੀ ਅਤੇ ਯੁੱਧ ਦੀ ਵਿਅਰਥਤਾ ਅਤੇ ਦੁਖਾਂਤ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਸੀ। ਇਸ ਤੋਂ ਬਾਅਦ ਸਮਰਾਟ ਅਸ਼ੋਕ ਨੇ ਆਪਣਾ ਜੀਵਨ ਅਤੇ ਵੱਡੀ ਦੌਲਤ ਇੱਕ ਅਜਿਹੇ ਸਮਾਜ ਦੀ ਉਸਾਰੀ ਲਈ ਸਮਰਪਿਤ ਕਰ ਦਿੱਤੀ ਜਿੱਥੇ ਲੋਕ ਨੇਕੀ ਦੇ ਨਿਯਮਾਂ ਅਤੇ ਚੰਗੇ ਨੈਤਿਕ ਵਿਹਾਰ ਦੇ ਨਾਲ ਰਹਿਣਗੇ। ਦਿਲ ਦੀ ਇਹ ਅਚਾਨਕ ਤਬਦੀਲੀ ਹੌਲੀ-ਹੌਲੀ ਅਸ਼ੋਕ ਨੂੰ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਵੱਲ ਲੈ ਗਈ, ਜਿਸ ਨੇ 2 ਸਦੀਆਂ ਪਹਿਲਾਂ ਸ਼ਾਂਤੀ, ਅਹਿੰਸਾ ਅਤੇ ਪਰਉਪਕਾਰ ਦੇ ਸਮਾਨ ਮੁੱਲਾਂ ਦਾ ਪ੍ਰਚਾਰ ਕੀਤਾ ਸੀ। ਅਸ਼ੋਕ ਨੂੰ ਸੰਭਾਵਤ ਤੌਰ ਤੇ ਛੋਟੀ ਉਮਰ ਤੋਂ ਹੀ ਬੁੱਧ ਧਰਮ ਬਾਰੇ ਪਤਾ ਸੀ, ਕਿਉਂਕਿ ਉਸ ਦੀ ਪਤਨੀ ਬੁੱਧ ਦੀਆਂ ਸਿੱਖਿਆਵਾਂ ਦੀ ਪੈਰੋਕਾਰ ਸੀ ਅਤੇ ਆਬਾਦੀ ਦੇ ਕੁਝ ਹਿੱਸਿਆਂ ਵਿੱਚ ਇਹ ਵਿਸ਼ਵਾਸ ਪ੍ਰਸਿੱਧ ਸੀ। ਹਾਲਾਂਕਿ ਉਹ ਇਤਿਹਾਸ ਵਿੱਚ ਪਹਿਲਾ ਰਾਜਾ ਸੀ ਜਿਸ ਨੇ ਇਸ ਸਪਸ਼ਟ ਰੂਪ ਵਿੱਚ ਕ੍ਰਾਂਤੀਕਾਰੀ ਧਰਮ ਨੂੰ ਅਪਣਾਇਆ। ਪ੍ਰਸਿੱਧ ਕਥਾਵਾਂ ਦੇ ਉਲਟ ਅਸ਼ੋਕ ਨੇ ਯੁੱਧ ਦੇ ਮੈਦਾਨ ਵਿੱਚ ਆਪਣੇ ਦਿਲ ਦੀ ਤਬਦੀਲੀ ਤੋਂ ਬਾਅਦ ਤੁਰੰਤ ਬੁੱਧ ਧਰਮ ਨਹੀਂ ਅਪਣਾਇਆ ਸੀ। ਇਹ ਫੈਸਲਾ ਸੋਚ ਸਮਝ ਕੇ ਅਤੇ ਅਮਲੀ ਤੌਰ ਤੇ ਇੱਕ ਧੀਮੀ ਪ੍ਰਕਿਰਿਆ ਸੀ, ਜਿਸ ਨਾਲ ਉਸਨੂੰ ਅਤੇ ਉਸ ਦੀ ਪ੍ਰਜਾ ਦੋਵਾਂ ਨੂੰ ਲਾਭ ਹੋ ਸਕੇ। 2 ਹੋਰ ਪ੍ਰਮੁੱਖ ਭਾਰਤੀ ਧਰਮਾਂ, ਬ੍ਰਾਹਮਣ ਧਰਮ ਅਤੇ ਜੈਨ ਧਰਮ ਪ੍ਰਤੀ ਸਹਿਣਸ਼ੀਲਤਾ ਉੱਤੇ ਵੀ ਖਾਸ ਧਿਆਨ ਰੱਖਿਆ ਗਿਆ ਸੀ। ਇੱਕ ਚੱਟਾਨ ਉੱਤੇ ਉਕਰੇ ਹੋਏ ਆਪਣੇ ਇੱਕ ਵੱਡੇ ਹੁਕਮਨਾਮੇ ਵਿੱਚ ਉਸਨੇ ਕਿਹਾ ਕਿ ਜੇ ਕੋਈ ਦੂਜੇ ਧਰਮਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਜਾਂ ਆਪਣੇ ਧਰਮ ਦੀ ਬੇਲੋੜੀ ਵਡਿਆਈ ਕਰਦਾ ਹੈ ਤਾਂ ਉਹ ਧਰਮ ਦਾ ਫਾਇਦਾ ਕਰਨ ਦੀ ਬਜਾਏ ਉਸ ਦਾ ਨੁਕਸਾਨ ਕਰ ਰਿਹਾ ਹੈ। ਅਜਿਹਾ ਕੰਮ ਜੋ ਨਹੀਂ ਕੀਤਾ ਜਾਣਾ ਚਾਹੀਦਾ। ਉਸਨੇ ਬੋਧੀ ਭਿਕਸ਼ੂਆਂ ਦੇ ਅਧੀਨ ਅਧਿਐਨ ਕਰਨਾ ਸ਼ੁਰੂ ਕੀਤਾ ਅਤੇ 2 ਸਾਲ ਬਾਅਦ ਸੰਘ ਦੁਆਰਾ ਉਸਨੂੰ ਬੋਧੀ ਆਦੇਸ਼ ਵਿੱਚ ਸਵੀਕਾਰ ਕਰ ਲਿਆ ਗਿਆ। ਉਸਦਾ ਅਧਿਆਪਕ ਮਥਰਾ ਦਾ ਉਪਗੁਪਤ ਨਾਮ ਦਾ ਇੱਕ ਭਿਕਸ਼ੂ ਸੀ ਜੋ ਰਾਜੇ ਨੂੰ ਉਹਨਾਂ ਦੇ ਸਾਂਝੇ ਵਿਸ਼ਵਾਸ ਵਿੱਚ ਸਾਰੀਆਂ ਮਹੱਤਵਪੂਰਨ ਥਾਵਾਂ ਦੀ ਯਾਤਰਾ ਤੇ ਲੈ ਗਿਆ, ਜਿਵੇਂ ਕਿ ਲੁੰਬਨੀ ਜਿੱਥੇ ਸਿਧਾਰਥ ਗੌਤਮ ਦਾ ਜਨਮ ਹੋਇਆ ਸੀ, ਬੋਧ ਗਇਆ ਜਿੱਥੇ ਉਸਨੇ ਗਿਆਨ ਪ੍ਰਾਪਤ ਕੀਤਾ ਸੀ, ਸਾਰਨਾਥ ਜਿੱਥੇ ਉਸਨੇ ਆਪਣਾ ਪਹਿਲਾ ਧਾਰਮਿਕ ਭਾਸ਼ਣ ਦਿੱਤਾ ਸੀ ਅਤੇ ਕੁਸ਼ੀਨਗਰ ਜਿੱਥੇ ਉਸਦੀ ਮੌਤ ਹੋ ਗਈ ਸੀ ਅਤੇ ਨਿਰਵਾਣ ਪ੍ਰਾਪਤ ਹੋਇਆ ਸੀ।
ਇਹਨਾਂ ਸਾਰੀਆਂ ਥਾਵਾਂ ਤੇ ਅਤੇ ਹੋਰ ਵੀ ਥਾਵਾਂ ਤੇ ਅਸ਼ੋਕ ਨੇ ਆਪਣੇ ਫਰਮਾਨਾਂ ਅਤੇ ਸ਼ਾਹੀ ਆਦੇਸ਼ਾਂ ਨੂੰ ਥੰਮਾਂ ਅਤੇ ਚੱਟਾਨਾਂ ਤੇ ਲਿਖਵਾਇਆ। ਇਹ ਘੋਸ਼ਣਾਵਾਂ ਸਾਮਰਾਜ ਦੇ ਅਧਿਕਾਰੀਆਂ ਦੁਆਰਾ ਅਨਪੜ੍ਹ ਆਬਾਦੀ ਨੂੰ ਨਿਯਮਤ ਤੌਰ ਤੇ ਪੜ੍ਹ ਕੇ ਸੁਣਾਈਆਂ ਜਾਂਦੀਆਂ ਸਨ ਅਤੇ ਸਪਸ਼ਟ ਤੌਰ ਤੇ ਉਸਦੇ ਆਪਣੇ ਸ਼ਬਦਾਂ ਵਿੱਚ ਅਸ਼ੋਕ ਦੇ ਨਿੱਜੀ ਸੰਦੇਸ਼ ਜਾਪਦੀਆਂ ਸਨ। ਅੱਜ ਵੀ ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਤਾਂ 2500 ਸਾਲਾਂ ਬਾਅਦ ਵੀ ਅਜਿਹਾ ਜਾਪਦਾ ਹੈ ਜਿਵੇਂ ਸਮਰਾਟ ਅਸ਼ੋਕ ਦੀ ਆਵਾਜ਼ ਸਾਡੇ ਕੰਨਾਂ ਨਾਲ ਟਕਰਾ ਰਹੀ ਹੋਵੇ। ਵਿਸ਼ਵਾਸ ਵਿੱਚ ਉਸਦੀ ਤਬਦੀਲੀ ਨੇ ਰਾਜੇ ਵਜੋਂ ਉਸਦੀ ਭੂਮਿਕਾ ਵੀ ਬਦਲ ਦਿੱਤੀ ਸੀ। ਭੌਤਿਕ ਲਾਭ ਦੀ ਇੱਛਾ ਕਰਨ ਦੀ ਬਜਾਏ, ਜੋ ਕਿ ਅਤੀਤ ਵਿੱਚ ਬਹੁਤ ਸਾਰੇ ਰਾਜਿਆਂ ਦਾ ਮਕਸਦ ਸੀ, ਉਸਨੇ ਹੁਣ ਇਹ ਚਾਹਿਆ ਕਿ ਉਸਦੇ ਬੱਚੇ ਭਾਵ ਉਸਦੀ ਪ੍ਰਜਾ ਇਸ ਲੋਕ ਅਤੇ ਪਰਲੋਕ ਵਿੱਚ ਹਰ ਕਿਸਮ ਦੀ ਭਲਾਈ ਪ੍ਰਾਪਤ ਕਰਨ ਅਤੇ ਇਹ ਹੁਕਮ ਦਿੱਤਾ ਕਿ ਉਹ ਜਿੱਥੇ ਵੀ ਹੋਵੇ, ਜਿਵੇਂ ਵੀ ਹੋਵੇ, ਕਿਸੇ ਵੀ ਸਮੇਂ ਉਸਦੀ ਪ੍ਰਜਾ ਉਸ ਕੋਲ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਆ ਸਕਦੀ ਹੈ। ਇਸ ਸਾਰੀ ਧਾਰਮਿਕਤਾ ਅਤੇ ਪਰਉਪਕਾਰਤਾ ਦੇ ਬਾਵਜੂਦ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸਦਾ ਇੱਕ ਸਾਮਰਾਜ ਚਲਾਉਣ ਦਾ ਫਰਜ਼ ਸੀ ਅਤੇ ਇਸ ਕੰਮ ਦੇ ਨਤੀਜੇ ਸਦਾ ਸ਼ਾਂਤੀਪੂਰਨ ਨਹੀਂ ਹੁੰਦੇ। ਇਹ ਇੱਕ ਗੰਭੀਰ ਖਤਰਾ ਸੀ ਕਿ ਇੱਕ ਵਾਰ ਅਸ਼ੋਕ ਦੇ ਸ਼ਾਂਤੀਵਾਦੀ ਹੋਣ ਦੀ ਘੋਸ਼ਣਾ ਹੋ ਜਾਣ ਤੋਂ ਬਾਅਦ ਪ੍ਰਾਂਤ ਬਗਾਵਤ ਕਰਨਗੇ ਅਤੇ ਗੁਆਂਢੀ ਰਾਜੇ ਮੌਰੀਆ ਸ਼ਾਸਨ ਵਿੱਚ ਕਮਜ਼ੋਰੀ ਮਹਿਸੂਸ ਕਰਦੇ ਹੋਏ ਹਮਲਾ ਕਰਨਗੇ। ਸਮਰਾਟ ਅਸ਼ੋਕ ਨੇ ਭਾਵੇਂ ਹਮਲਾਵਰ ਜਿੱਤ ਪ੍ਰਵਿਰਤੀ ਨੂੰ ਛੱਡ ਦਿੱਤਾ ਸੀ, ਉਸਨੇ ਬਿਨਾਂ ਝਿਜਕੇ ਆਪਣੀ ਫੌਜ ਨੂੰ ਭੰਗ ਕਰਨ ਤੋਂ ਇਨਕਾਰ ਕੀਤਾ ਅਤੇ ਸਪਸ਼ਟ ਐਲਾਨ ਕੀਤਾ ਕਿ ਉਹ ਜ਼ਬਰਦਸਤ ਢੰਗ ਨਾਲ ਆਪਣੇ ਸਾਮਰਾਜ ਦੀ ਰੱਖਿਆ ਕਰੇਗਾ। ਹਰ ਬਗਾਵਤ ਨੂੰ ਅਜੇ ਵੀ ਬੇਰਹਿਮੀ ਨਾਲ ਖਤਮ ਕੀਤਾ ਜਾਵੇਗਾ ਅਤੇ ਕਿਸੇ ਵੀ ਵਿਦੇਸ਼ੀ ਹਮਲਾਵਰ ਨੂੰ ਵਿਨਾਸ਼ਕਾਰੀ ਫੌਜੀ ਬਲ ਦਾ ਸਾਹਮਣਾ ਕਰਨਾ ਪਵੇਗਾ। ਆਪਣੀ ਪ੍ਰਜਾ ਲਈ ਉਹ ਲਗਭਗ ਸਖਤ ਪਿਤਾ ਵਰਗੀ ਸ਼ਖਸੀਅਤ ਰੱਖਦਾ ਸੀ, ਪਰਉਪਕਾਰੀ ਅਤੇ ਦੇਖਭਾਲ ਕਰਨ ਵਾਲਾ, ਪਰ ਲੋੜ ਪੈਣ ਤੇ ਸਖਤ ਸਜ਼ਾ ਦੇਣ ਲਈ ਤਿਆਰ। ਹਾਲਾਂਕਿ ਉਸਦੇ ਉਕੇਰੇ ਫਰਮਾਨ ਲੋਕਾਂ ਨੂੰ ਇਹ ਸਜ਼ਾ ਦੇਣ ਲਈ ਮਜਬੂਰ ਨਾ ਕਰਨ ਲਈ ਬੇਨਤੀ ਕਰਦੇ ਜਾਪਦੇ ਹਨ। ਉਦਾਹਰਨ ਲਈ, ਅਸਬ ਅਤੇ ਜੰਗਲੀ ਲੋਕਾਂ ਨੂੰ ਕਿਹਾ ਗਿਆ ਸੀ ਕਿ ਅਸ਼ੋਕ ਦੇ ਪਛਤਾਵੇ ਦੇ ਬਾਵਜੂਦ ਉਸ ਕੋਲ ਅਜੇ ਵੀ ਸ਼ਕਤੀ ਅਤੇ ਇੱਛਾ ਹੈ ਕਿ ਉਹ ਲੋੜ ਪੈਣ ਤੇ ਉਹਨਾਂ ਦੇ ਅਨਿਆਂ ਲਈ ਉਹਨਾਂ ਨੂੰ ਸਜ਼ਾ ਦੇ ਸਕਦਾ ਹੈ। ਉਸਨੇ ਕਿਹਾ, ਅਜਿਹੇ ਲੋਕਾਂ ਨੂੰ ਆਪਣੀਆਂ ਗਲਤੀਆਂ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ, ਅਜਿਹਾ ਨਾ ਹੋਵੇ ਕਿ ਉਹ ਮਾਰੇ ਜਾਣ। ਲਿਖਤਾਂ ਤੋਂ ਚਾਹੇ ਅਸ਼ੋਕ ਥੋੜਾ ਭੋਲਾ ਜਾਪਦਾ ਹੈ, ਪਰ ਉਹ ਅਜੇ ਵੀ ਮਜ਼ਬੂਤ ਅਤੇ ਇੱਛਾਵਾਨ ਬਾਦਸ਼ਾਹ ਸੀ। ਅਸ਼ੋਕ ਨੇ ਵੀ ਆਪਣੀ ਪ੍ਰਜਾ ਦੇ ਰਵੱਈਏ ਨੂੰ ਬਦਲਣ ਲਈ ਸਖਤ ਮਿਹਨਤ ਕੀਤੀ, ਨਾ ਕਿ ਉਹਨਾਂ ਉੱਤੇ ਬੁੱਧ ਧਰਮ ਨੂੰ ਥੋਪਣ ਲਈ, ਸਗੋਂ ਵਿਸ਼ਵ ਵਿਆਪੀ ਤੌਰ ਤੇ ਸਹੀ ਮੁੱਲਾਂ ਨੂੰ ਫੈਲਾਉਣ ਲਈ। ਸਮਰਾਟ, ਜਿਸਨੇ ਪਹਿਲਾਂ ਸ਼ਿਕਾਰ ਦੇ ਆਨੰਦਮਈ ਦੌਰਿਆਂ ਦਾ ਆਨੰਦ ਮਾਣਿਆ ਸੀ ਅਤੇ ਇੱਕ ਸ਼ਕਤੀਸ਼ਾਲੀ ਤਲਵਾਰ ਚਲਾਈ ਸੀ, ਹੁਣ ਤਮ ਯਾਤਰਾਵਾਂ ਜਾਂ ਪਵਿੱਤਰ ਤੀਰਥ ਯਾਤਰਾਵਾਂ ਕਰ ਰਿਹਾ ਸੀ, ਜਿਸ ਦੌਰਾਨ ਉਸਨੇ ਪਵਿੱਤਰ ਸਥਾਨਾਂ ਦਾ ਦੌਰਾ ਕੀਤਾ ਅਤੇ ਆਪਣੀ ਪ੍ਰਜਾ ਨੂੰ ਮਿਲਿਆ। ਉਹ ਇਹ ਯਕੀਨੀ ਬਣਾਉਣ ਲਈ ਅਕਸਰ ਸਥਾਨਕ ਲੋਕਾਂ ਨਾਲ ਗੱਲ ਕਰਦਾ ਸੀ ਕਿ ਉਹ ਖੁਸ਼ ਹਨ ਕਿ ਨਹੀਂ, ਅਤੇ ਸਥਾਨਕ ਅਧਿਕਾਰੀਆਂ ਬਾਰੇ ਉਹਨਾਂ ਦੀਆਂ ਤਾਰੀਫਾਂ ਜਾਂ ਸ਼ਿਕਾਇਤਾਂ ਸੁਣਦਾ ਸੀ। ਇਸ ਤਰ੍ਹਾਂ ਉਹ ਪਹਿਲਾ ਭਾਰਤੀ ਰਾਜਾ ਸੀ ਜਿਸਨੇ ਗਰੀਬਾਂ ਦੀ ਭਲਾਈ ਬਾਰੇ ਸੋਚਿਆ, ਨਾ ਕਿ ਉਹਨਾਂ ਨੂੰ ਟੈਕਸ ਦੇ ਮਾਲੀਏ ਲਈ ਵਰਤਣਾ। ਜਿਵੇਂ ਕਿ ਉਸਨੇ ਕਿਹਾ, ਸਭ ਤੋਂ ਵਧੀਆ ਜਿੱਤ ਅਧਿਕਾਰ ਦੀ ਜਿੱਤ ਹੈ, ਨਾ ਕਿ ਤਾਕਤ ਦੀ। ਉਹ ਕਦਰਾਂ ਕੀਮਤਾਂ ਜੋ ਉਸਨੇ ਫੈਲਾਉਣ ਦੀ ਕੋਸ਼ਿਸ਼ ਕੀਤੀ, ਅਸ਼ੋਕ ਦੇ ਤਮ ਵਜੋਂ ਜਾਣੀਆਂ ਗਈਆਂ, ਇੱਕ ਗੁੰਝਲਦਾਰ ਸ਼ਬਦ ਜੋ ਕਿ ਇਸ ਵਿਸ਼ੇਸ਼ ਸੰਦਰਭ ਵਿੱਚ ਚੰਗੇ ਵਿਵਹਾਰ ਦੇ ਨਿਯਮ ਸਨ। ਉਦਾਹਰਨ ਲਈ, ਅਸ਼ੋਕ ਚਾਹੁੰਦਾ ਸੀ ਕਿ ਲੋਕ ਮਾਤਾ-ਪਿਤਾ ਅਤੇ ਅਧਿਆਪਕਾਂ ਪ੍ਰਤੀ ਆਗਿਆਕਾਰੀ ਹੋਣ, ਪਵਿੱਤਰ ਪੁਰਸ਼ਾਂ, ਰਿਸ਼ਤੇਦਾਰਾਂ, ਸੇਵਕਾਂ, ਦੋਸਤਾਂ ਅਤੇ ਗਰੀਬਾਂ ਪ੍ਰਤੀ ਸਹੀ ਵਿਹਾਰ ਕਰਨ ਅਤੇ ਬਜ਼ੁਰਗਾਂ ਅਤੇ ਕਮਜ਼ੋਰਾਂ ਲਈ ਦਿਆਲੂ ਅਤੇ ਉਦਾਰ ਹੋਣ। ਸਾਰੇ ਜੀਵ-ਜੰਤੂਆਂ ਦੇ ਪ੍ਰਤੀ ਅਹਿੰਸਾ ਦਾ ਅਭਿਆਸ ਕੀਤਾ ਜਾਵੇ, ਭਾਵੇਂ ਉਹ ਮਨੁੱਖ, ਪੰਛੀ ਜਾਂ ਜਾਨਵਰ ਹੋਣ। ਖਾਸ ਤੌਰ ਤੇ ਇੱਕ ਫਰਮਾਨ ਇਸ ਬਾਰੇ ਵਿਸਥਾਰ ਵਿੱਚ ਕਹਿੰਦਾ ਹੈ ਕਿ ਕਿਵੇਂ ਸ਼ਾਹੀ ਰਸੋਈਆਂ ਹੁਣ ਭੋਜਨ ਲਈ ਵੱਡੀ ਮਾਤਰਾ ਵਿੱਚ ਜਾਨਵਰਾਂ ਦੀ ਹੱਤਿਆ ਨਹੀਂ ਕਰਨਗੀਆਂ। ਆਪਣੇ ਲੋਕਾਂ ਵਿੱਚ ਇਹਨਾਂ ਨੇਕ ਗੁਣਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਅਸ਼ੋਕ ਨੇ ਵੀ ਉਹਨਾਂ ਸਿਧਾਂਤਾਂ ਅਨੁਸਾਰ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਮੁਰੰਮਤ ਵਿੱਚ ਉਸਦੀ ਵਿਚਾਰਸ਼ੀਲਤਾ ਅਤੇ ਜੀਵਨ ਸ਼ੈਲੀ ਇੱਕ ਉਦਾਹਰਨ ਸੀ। ਉਹਨਾਂ ਹੁਕਮ ਦਿੱਤਾ ਕਿ ਧੁੱਪ ਅਤੇ ਬਰਸਾਤ ਤੋਂ ਬਚਣ ਲਈ ਸੜਕਾਂ ਦੇ ਕਿਨਾਰੇ ਛਾਂਦਾਰ ਰੁੱਖ ਲਗਾਏ ਜਾਣ, ਭੋਜਨ ਮੁਹੱਈਆ ਕਰਵਾਉਣ ਲਈ ਅੰਬਾਂ ਦੇ ਬਾਗ ਲਗਾਏ ਜਾਣ ਅਤੇ ਯਾਤਰੀਆਂ ਦੀ ਪਿਆਸ ਬੁਝਾਉਣ ਲਈ ਸੜਕਾਂ ਦੇ ਕੰਢੇ ਪੀਣ ਵਾਲੇ ਪਾਣੀ ਲਈ ਖੂਹ ਪੁੱਟੇ ਜਾਣ। 253 ਈਸਾ ਪੂਰਵ ਵਿੱਚ ਪਾਟਲੀਪੁੱਤਰ ਵਿਖੇ ਬੋਧੀ ਭਿੱਖੂਆਂ ਦਾ ਇੱਕ ਵਿਸ਼ਾਲ ਇਕੱਠ ਹੋਇਆ, ਜਿਸ ਦੀ ਮੇਜ਼ਬਾਨੀ ਖੁਦ ਸਮਰਾਟ ਨੇ ਕੀਤੀ, ਅਤੇ ਇਸ ਤੀਜੀ ਬੋਧੀ ਪ੍ਰੀਸ਼ਦ ਦੌਰਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਲਈ ਬੋਧੀ ਭਿੱਖੂਆਂ ਦੇ ਕਈ ਦਸਤੇ ਵਿਦੇਸ਼ੀ ਰਾਜਾਂ ਵਿੱਚ ਭੇਜਣ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ। ਕਿਹਾ ਜਾਂਦਾ ਹੈ ਕਿ ਇਹ ਮਿਸ਼ਨਰੀ ਕਸ਼ਮੀਰ, ਕੰਧਾਰ, ਗ੍ਰੀਕ ਹੇਲਨਿਸਟਿਕ ਰਾਜਾਂ, ਉੱਤਰੀ ਅਫਰੀਕਾ, ਬਰਮਾ ਅਤੇ ਸ਼੍ਰੀਲੰਕਾ ਤੱਕ ਪਹੁੰਚੇ।
ਯਾਤਰੀਆਂ ਵਿੱਚੋਂ ਇੱਕ ਤਰਮਰਕਸ਼ਿਤਾ ਨਾਂ ਦਾ ਇੱਕ ਆਦਮੀ ਸੀ ਅਤੇ ਪਾਠਾਂ ਵਿੱਚ ਇਸ ਨੂੰ ਯੋਨਾ ਜਾਂ ਆਇਓਨੀਅਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਇਸ ਲਈ ਇਹ ਸੰਭਵ ਹੈ ਕਿ ਉਹ ਇੱਕ ਯੂਨਾਨੀ ਪਰਿਵਰਤਿਤ ਸੀ। ਉਸ ਸਮੇਂ ਦਾ ਸਭ ਤੋਂ ਮਸ਼ਹੂਰ ਮਿਸ਼ਨਰੀ ਅਸ਼ੋਕ ਦਾ ਜੇਠਾ ਪੁੱਤਰ ਰਾਜਕੁਮਾਰ ਮਹਿੰਦਰ ਸੀ। 249 ਈਸਾ ਪੂਰਵ ਵਿੱਚ ਦੇਵਨਪਿਆ ਤੀਸਾ ਨਾਮਕ ਸ੍ਰੀਲੰਕਾਈ ਰਾਜੇ, ਜੋ ਕਿ ਅਸ਼ੋਕ ਦਾ ਪ੍ਰਸ਼ੰਸਕ ਸੀ ਅਤੇ ਬੋਧੀ ਸਿਧਾਂਤਾਂ ਬਾਰੇ ਹੋਰ ਸਿੱਖਣਾ ਚਾਹੁੰਦਾ ਸੀ, ਦੇ ਸੱਦੇ ਤੇ ਮਹਿੰਦਰ ਨੇ ਸ਼੍ਰੀਲੰਕਾ ਦੀ ਯਾਤਰਾ ਕੀਤੀ। ਇਸ ਖੇਤਰ ਲਈ ਮਿਸ਼ਨ ਇੰਨਾ ਸਫਲ ਰਿਹਾ ਕਿ ਇਹ ਹੌਲੀ-ਹੌਲੀ ਸਾਰਾ ਦੇਸ਼ ਬੋਧੀ ਬਣ ਗਿਆ ਅਤੇ ਅੱਜ ਵੀ ਹੈ। ਇਹੋ ਅਸ਼ੋਕ ਮਹਾਨ ਦੀ ਵਿਰਾਸਤ ਸੀ। ਜਦੋਂ 232 ਈਸਾ ਪੂਰਵ ਵਿੱਚ ਉਹ ਮਰਿਆ ਤਾਂ ਉਸ ਦੀ ਉਮਰ 72 ਸਾਲ ਸੀ ਅਤੇ ਉਸਨੇ 38 ਸ਼ਾਨਦਾਰ ਸਾਲ ਰਾਜ ਕੀਤਾ ਸੀ। ਹਾਲਾਂਕਿ ਉਸ ਦੀ ਮੌਤ ਤੋਂ ਹੋਰ ਅੱਧੀ ਸਦੀ ਦੇ ਬਾਅਦ ਹੀ ਮੌਰੀਆ ਵੰਸ਼ ਆਪਣੇ ਪਤਨ ਦੇ ਲੰਬੇ ਰਾਹ ਤੇ ਪੈ ਗਿਆ। ਪਰ ਅਸ਼ੋਕ ਮਹਾਨ ਨੇ ਬੁੱਧੀ, ਕੁਸ਼ਲਤਾ ਅਤੇ ਸਭ ਤੋਂ ਮਹੱਤਵਪੂਰਨ ਦਇਆ ਨਾਲ ਭਾਰਤੀ ਇਤਿਹਾਸ ਵਿੱਚ ਸਭ ਤੋਂ ਵੱਡੇ ਸਵਦੇਸ਼ੀ ਸਾਮਰਾਜ ਉੱਤੇ ਰਾਜ ਕੀਤਾ ਸੀ। ਅੱਜ 21ਵੀਂ ਸਦੀ ਵਿੱਚ ਬੁੱਧ ਧਰਮ ਇੱਕ ਵਿਸ਼ਵ ਧਰਮ ਹੈ। ਚੀਨ ਅਤੇ ਇੱਥੋਂ ਤੱਕ ਕਿ ਜਾਪਾਨ ਵੱਲ ਅੱਗੇ ਵਧਣ ਦੇ ਬਾਵਜੂਦ ਅਤੇ ਭਾਰਤੀ ਭੂਮੀ ਜਿੱਥੇ ਇਸ ਦਾ ਜਨਮ ਹੋਇਆ ਸੀ, ਵਿੱਚ ਗਿਰਾਵਟ ਦੇ ਬਾਵਜੂਦ, ਕਿਉਂਕਿ ਇਸ ਨੂੰ ਦੁਨੀਆ ਵਿੱਚ ਫੈਲਾਉਣ ਲਈ ਪਹਿਲੇ ਕਦਮ ਅਸ਼ੋਕ ਮਹਾਨ ਨੇ ਖੁਦ ਚੁੱਕੇ ਸਨ। ਅਤੇ ਇਹੀ ਕਾਰਨ ਹੈ ਕਿ ਭਾਰਤੀ ਮਾਤਰ ਭੂਮੀ ਦਾ ਅਸ਼ੋਕ ਮਹਾਨ ਅੱਜ ਤੱਕ ਵੀ ਹਜ਼ਾਰਾਂ ਹੋਰ ਰਾਜਿਆਂ ਅਤੇ ਸ਼ਾਸਕਾਂ ਵਿੱਚ ਇੱਕ ਲਾਜਵਾਬ ਤਾਰੇ ਵਾਂਗ ਚਮਕਦਾ ਹੈ ਅਤੇ ਸਦਾ ਚਮਕਦਾ ਰਹੇਗਾ। ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ।